ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਹ ਖੇਤ ਕਦੇ ਵੀ ਹਰੇ ਭਰੇ ਨਹੀਂ ਹੁੰਦੇ। ਤਾਂ ਜੇ ਘਰ ਦਾ ਹੀ ਬੰਦਾ ਆਪਣੇ ਘਰ ਨੂੰ ਖਾਣ ਲੱਗ ਜਾਵੇ ਉਹ ਘਰ ਕਦੀ ਆਬਾਦ ਨਹੀਂ ਹੋਇਆ ਕਰਦੇ। ਅਸੀਂ ਇਸ ਵੇਲੇ ਜਲੰਧਰ ਦੇ ਇੱਕ ਵਿਰਕ ਪਿੰਡ ਦੇ ਵਿੱਚ ਖੜੇ ਹਾਂ, ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਆਪਣੀ ਹੀ ਸਰਪੰਚ ਦੇ ਉੱਤੇ ਕਿ ਜਿਹੜੀ ਪੰਚਾਇਤੀ ਜ਼ਮੀਨ ਆ ਉਸਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਕੌਡੀਆਂ ਦੇ ਭਾਅ ਦੇ ਦਿੱਤੀ। ਅਸੀਂ ਉਸੇ ਪੰਚਾਇਤੀ ਜ਼ਮੀਨ ਦੇ ਉੱਤੇ ਖੜੇ ਹਾਂ ਜਿੱਥੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਸ਼ੈਲਰ ਲੱਗ ਚੁੱਕੇ ਨੇ, ਜਿੱਥੇ ਕੋਲਡ ਸਟੋਰ ਲੱਗ ਚੁੱਕੇ ਨੇ। ਇੱਥੇ ਹੁਣ ਖੁੰਬਾਂ ਦੀ ਕਹਿੰਦੇ ਆ ਕਿ ਖੇਤੀ ਹੋਵੇਗੀ ਅਤੇ ਕੌਡੀਆਂ ਦੇ ਭਾਅ ਇਹ ਜ਼ਮੀਨ 10 ਸਾਲਾਂ ਦੇ ਲਈ ਲੀਜ਼ ਦੇ ਉੱਪਰ ਦੇ ਦਿੱਤੀ ਗਈ ਹੈ। ਹਾਲਾਂਕਿ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਜ਼ਮੀਨ ਵਾਹੀਯੋਗ ਸੀਗੀ, ਪਰ ਇਸ ਦੇ ਉੱਪਰ ਕਲਰ ਪਾ ਕੇ ਭਰਤੀ ਪਾ ਕੇ ਇਸ ਨੂੰ ਪੱਕੇ ਤੌਰ ਦੇ ਉੱਪਰ ਵਾਹੀਯੋਗ ਜ਼ਮੀਨ ਹੁਣ ਇਹ ਨਹੀਂ ਰਹਿਣ ਦਿੱਤੀ। ਤਾਂ ਬੜੇ ਘੱਟ ਠੇਕੇ ਦੇ ਵਿੱਚ ਇਹ ਜ਼ਮੀਨ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤੀ ਗਈ ਹੈ। ਹਾਲਾਂਕਿ ਕਿਸਾਨ ਲੜਾਈ ਵੱਡੀ ਲੜ ਰਹੇ ਨੇ ਕਿ ਸਾਡੀ ਜ਼ਮੀਨਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਜਾ ਰਹੀਆਂ ਨੇ, ਪ੍ਰਾਈਵੇਟ ਲੋਕ ਉਹਨੂੰ ਚਲਾ ਰਹੇ ਨੇ, ਪਰ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਵੀ ਹੁਣ ਸ਼ੁਰੂ ਹੋ ਗਈਆਂ ਨੇ। ਲੰਬੜਦਾਰ ਨੇ, ਪੰਚ ਸਾਹਿਬਾਨ ਨੇ, ਸਾਰੇ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ। ਹਾਲਾਂਕਿ ਇਹਨਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ, ਡੀਸੀ ਤੱਕ ਪਹੁੰਚ ਕੀਤੀ ਹੈ, ਪਰ ਇਹਨਾਂ ਦੀ ਅਜੇ ਤੱਕ ਸੁਣਵਾਈ ਕਿਤੇ ਨਹੀਂ ਹੋ ਰਹੀ। ਇਲਜ਼ਾਮ ਇਹਨਾਂ ਦੇ ਵੱਲੋਂ ਲਾਇਆ ਜਾ ਰਿਹਾ ਕਿ ਇਹ ਜਿਹੜਾ ਪਲਾਂਟ ਲਗਾਇਆ ਗਿਆ ਇਹ ਧੱਕੇ ਦੇ ਨਾਲ, ਧੋਖੇ ਦੇ ਨਾਲ ਠੇਕੇ ਦੇ ਉੱਤੇ ਜ਼ਮੀਨ ਲੈ ਕੇ ਕੌਡੀਆਂ ਦੇ ਭਾਅ ਜਿਹੜੀ ਹੈ ਉਹ ਜ਼ਮੀਨ ਲੈ ਕੇ ਤੇ ਇਹਨੂੰ ਧੱਕੇ ਦੇ ਨਾਲ ਇੱਥੇ ਬਣਾਇਆ ਜਾ ਰਿਹਾ ਹੈ। ਮੇਰੇ ਨਾਲ ਲੰਬੜਦਾਰ ਨੇ ਅਤੇ ਪੰਚ ਸਾਹਿਬਾਨਾਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ, ਇਹ ਦੱਸੋ ਕਿ ਇਹ ਜ਼ਮੀਨ ਟੋਟਲ ਕਿੰਨੀ ਹੈ ਤੇ ਕਦੋਂ ਇਹਦਾ ਠੇਕਾ ਜਿਹੜਾ ਵਾ ਪ੍ਰਾਈਵੇਟ ਹੱਥਾਂ 'ਚ ਚਲਾ ਗਿਆ? ਇਹ 21 ਕਨਾਲ 2 ਮਰਲੇ ਇਹਦੀ ਮਿਣਤੀ ਕਹਿੰਦੇ ਆ। ਹਾਂਜੀ, ਤੇ ਲਗਭਗ 1 ਸਾਲ ਤੋਂ ਉੱਪਰ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ। ਇਹ ਕੰਸਟਰਕਸ਼ਨ ਉਦੋਂ ਕੁ ਸ਼ੁਰੂ ਕੀਤੀ ਜਦੋਂ ਮਾਰਚ ਵਿੱਚ ਲੋਕਡਾਊਨ ਦਾ ਪੀਰੀਅਡ ਚੱਲ ਰਿਹਾ ਸੀ। ਹਾਂਜੀ, ਕਿਉਂਕਿ ਪਿੰਡ ਤੋਂ ਕਾਫੀ ਦੂਰ ਹੈ, ਸਾਡੇ ਪਿੰਡ ਦੇ ਵਸੀਵੇਂ ਤੋਂ ਇਹ ਜ਼ਮੀਨ। ਤੇ ਪਹਿਲਾਂ ਇੱਥੇ ਸਫੈਦੇ ਹੁੰਦੇ ਸੀ, ਪਿਛਲੀ ਪੰਚਾਇਤ ਨੇ ਸਫੈਦੇ ਵੇਚੇ ਆ। ਸਫੈਦੇ ਪੱਟਣ ਤੋਂ ਬਾਅਦ ਜਿਹੜੇ ਆਪਾਂ ਫੁੱਟ 2 ਫੁੱਟ ਦਾ ਟੋਆ ਕਹਿ ਸਕਦੇ ਆ ਕਿ ਜਿਹਨੂੰ ਜੜ੍ਹਾਂ ਕੱਢੀਆਂ ਸੀ, ਉਸ ਦੇ ਕਰਕੇ ਇਹ 1 ਸਾਲ ਲਈ ਜਿਹੜੇ ਆਪਣੇ ਜ਼ਿਮੀਂਦਾਰ ਆ ਭਰਾ ਉਹ ਮੰਗਦੇ ਸੀ ਕਿ ਸਾਨੂੰ 1 ਸਾਲ ਲਈ ਤੁਸੀਂ ਵੈਸੇ ਵਾਹੁਣ ਨੂੰ ਦਿਓ, ਤਾਂ ਕਿ ਵੀ ਅਸੀਂ ਆਪਣਾ ਹਾਲਾ ਜਿਹੜਾ ਤੁਹਾਨੂੰ ਦੇਣਾ ਉਹਦੀ ਜਗ੍ਹਾ ਅਸੀਂ ਉਹ ਇਹਦੇ ਉੱਪਰ ਪੈਸੇ ਲਾ ਕੇ ਤੇ ਇਹਨੂੰ ਬਰਾਬਰ ਕਰ ਲਈਏ। ਤੇ ਉਸ ਤੋਂ ਬਾਅਦ ਜਿੱਦਾਂ ਹਾਲਾ ਬਾਕੀ ਪਿੰਡ ਦੀ ਜ਼ਮੀਨ ਦਾ ਦਿੰਦੇ ਆ, ਇਸੇ ਤਰ੍ਹਾਂ ਅਸੀਂ ਦੇਵਾਂਗੇ। ਪਰ ਪਿਛਲੇ ਸਰਪੰਚ ਨੇ ਜਾਂ ਹੁਣ ਦੇ ਸਰਪੰਚ ਨੇ ਉਹ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਤੇ ਜਿਹੜੀ ਹੁਣ ਇਸ ਵੇਲੇ ਮੌਜੂਦਾ ਸਰਪੰਚ ਆ ਉਸਨੇ ਤਾਂ ਇਸ ਨੂੰ ਵੇਚਣ ਤੱਕ ਦਾ ਕੰਮ ਹੀ ਕਰ ਦਿੱਤਾ। ਮਤਲਬ ਕਿ ਜਿਸ ਕਾਰਪੋਰੇਸ਼ਨ ਘਰਾਣੇ ਨੂੰ ਇਹ ਦਿੱਤੀ ਆ ਉਹ ਕਹਿ ਰਿਹਾ, ਸੁਣਨ ਨੂੰ ਮਿਲਿਆ ਕਿ ਅਸੀਂ 30 35 40 ਸਾਲ ਤੱਕ ਇਹ ਛੱਡਣੀ ਨਹੀਂ ਹੈਗੀ। ਠੀਕ ਆ, ਉਦਾਂ 10 ਸਾਲ ਲਈ ਲੀਜ਼ ਤੇ ਇਹ ਸਾਨੂੰ ਜਦੋਂ ਪਤਾ ਲੱਗਾ ਕਹਿੰਦੇ ਇਹ 10 ਸਾਲ ਲਈ ਇਹਨਾਂ ਨੇ ਦਿੱਤੀ ਆ ਤੇ ਇਹ ਲਗਭਗ 30,000 ਰੁਪਇਆ 1 ਸਾਲ ਦੇ ਹਿਸਾਬ ਨਾਲ 2.5 ਏਕੜ ਤੋਂ ਉੱਪਰ ਜ਼ਮੀਨ ਹੈ ਜੀ। 30,000 ਨੂੰ ਹਾਲੇ ਦੇ ਹਿਸਾਬ ਨਾਲ ਇਹਨਾਂ ਨੇ ਜੀ ਸਰਪੰਚ ਨੇ ਇਹਨੂੰ ਚੜਾ ਦਿੱਤਾ ਹੈ ਜੀ। ਕਿੱਲੇ ਨੂੰ ਕਿ ਜਾਂ ਸਾਰੀ ਜ਼ਮੀਨ ਨੂੰ 30,000 ਨਾਲ 2 ਮਰਲੇ ਨੂੰ ਜੀ 30,000। ਹਾਂਜੀ, ਵਾਕਈ ਕੌਡੀਆਂ ਦੇ ਉੱਪਰ ਕੌਡੀਆਂ ਪਾ। ਹਾਂਜੀ, ਕੌਡੀਆਂ ਦੇ ਠੇਕੇ ਦਾ ਗੱਲ ਕਰ ਲਈਏ 40-45,000 ਰੁਪਏ ਦਾ ਉਹ ਆਈ ਜਾਂਦਾ। 40-45,000 ਰੁਪਏ ਚੱਲਦਾ। 35,000 ਜੇ ਤੁਸੀਂ ਦੇਖੋ, ਜੇ ਵਾਹੀਯੋਗ ਜ਼ਮੀਨ ਆਪਾਂ ਪੰਚਾਇਤੀ ਲੈਣੀ ਆ ਉਹਦਾ ਠੇਕਾ ਹੋ ਰਿਹਾ ਜੀ, ਦੁਕਾਨਦਾਰੀ ਲਈ ਲੈਣੀ ਆ ਹੋ ਰਿਹਾ। ਤੇ ਜਦੋਂ ਆ ਕਮਰਸ਼ੀਅਲ ਲੈਵਲ ਦਾ ਕੰਮ ਆ ਜਾਂਦਾ ਫਿਰ ਤੁਸੀਂ ਆਪ ਜਾਣਿਆ ਕਿ ਜਿੱਥੇ 2 ਕਰੋੜ ਦਾ ਪ੍ਰੋਜੈਕਟ ਲਗਾਉਣਾ ਉਹਦਾ ਲੱਖਾਂ ਵਿੱਚ ਤਾਂ ਠੇਕਾ ਚਾਹੀਦਾ ਜੀ। ਪੰਚ ਵੀ ਸਾਡੇ ਨਾਲ ਖੜੇ ਆ। ਇਹ ਜ਼ਮੀਨ ਸਾਈਨ ਤੋਂ ਬਿਨਾਂ ਤਾਂ ਇਹਨਾਂ ਦੀ ਜਾਣੀ ਨਹੀਂ ਸੀਗੀ, ਤੇ ਉਹ ਕਿੱਦਾਂ ਫਿਰ ਇਹਨਾਂ ਨੇ ਸਾਈਨ ਕੀਤੇ ਸੀਗੇ ਜਾਂ ਕੀ ਗੱਲਬਾਤ ਹੋਈ, ਕਿਵੇਂ ਕਿੱਦਾਂ ਉਹਨਾਂ ਨੇ ਜ਼ਮੀਨ ਦੇ ਦਿੱਤੀ? ਇਹ ਲਗਭਗ 1 ਸਾਲ ਤੋਂ ਹੀ ਇਹ ਗੱਲਬਾਤ ਚੱਲ ਰਹੀ ਆ, ਖਿੱਚੂ ਚੱਲ ਰਹੀ ਆ। ਕਿਉਂਕਿ ਅਸੀਂ ਵੀ ਪੁੱਛਿਆ ਸੀ ਤੇ ਇਹਨਾਂ ਨੇ ਵੀ ਪੁੱਛਿਆ ਸੀ ਸਰਪੰਚ ਨੂੰ ਤੇ ਸੈਕਟਰੀ ਸਾਹਿਬ ਨੂੰ ਕਿ ਤੁਸੀਂ ਇਹ ਜ਼ਮੀਨ ਜਦੋਂ ਦਿੱਤੀ ਹੈ ਇਹਦੇ ਬਾਰੇ ਸਾਨੂੰ ਕਿਸੇ ਨੂੰ ਪਤਾ ਨਹੀਂ ਲੱਗਾ। ਜਦ ਬਾਕੀ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਤੇ ਇਹਦੀ ਬੋਲੀ ਕਿਉਂ ਨਹੀਂ ਕਰਾਈ? ਸਾਨੂੰ ਪਤਾ ਲੱਗਾ ਕਿ ਉੱਥੇ ਭਰਤੀ ਪੈ ਗਈ ਸੀ। ਉਸ ਤੋਂ ਬਾਅਦ ਲੋਕਡਾਊਨ ਆ ਗਿਆ, ਕੋਈ ਨਹੀਂ ਆ ਜਾ ਸਕਦਾ ਸੀ। ਤੇ ਉਦੋਂ ਵੀ ਸਾਨੂੰ ਇਹੀ ਜਵਾਬ ਮਿਲਦਾ ਸੀ ਕਿ ਇਹ SDM ਥਰੂ ਜਾਂ BDO ਸਾਹਿਬ ਥਰੂ ਹੋ ਕੇ ਆਈ ਆ, ਕਿ ਉਹਨਾਂ ਨੇ ਉੱਥੇ ਕੋਈ ਲਿਖਤੀ ਪੱਤਰ ਦਿੱਤਾ ਜਾਂ ਕੁਝ ਵੀ ਉਹਨਾਂ ਤੋਂ ਪਰਮਿਸ਼ਨ ਲਈ ਆ। ਹਾਂਜੀ, ਤੇ ਇਹਨਾਂ ਨੇ ਸਾਨੂੰ ਇਸ ਚੀਜ਼ ਦਾ ਤਸੱਲੀ ਬਖਸ਼ ਜਵਾਬ ਨਹੀਂ ਸੀ ਦਿੱਤਾ। ਅੱਛਾ, ਪੰਚ ਵੀ ਹੈਗੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮਧੂ ਪੱਲਵ। ਤੁਸੀਂ ਸਾਈਨ ਕੀਤੇ, ਤੁਹਾਡੀ ਸਹਿਮਤੀ ਨਾਲ ਇਹ ਜ਼ਮੀਨ ਦਿੱਤੀ ਗਈ ਸੀਗੀ? ਨਹੀਂ ਸਰ, ਸਾਡੇ ਤੋਂ ਖਾਲੀ ਪੇਜ ਤੇ ਸਾਈਨ ਕਰਵਾਏ ਉਹਨਾਂ ਨੇ। ਅੱਛਾ, ਹਾਂਜੀ, ਖਾਲੀ ਪੇਜ ਤੇ ਸਾਈਨ ਕਰਾਏ। ਕੀ ਕਹਿ ਕੇ ਕਰਵਾਇਆ ਸਾਈਨ? ਸਾਈਨ ਕਰ ਦਿਓ ਤੁਸੀਂ, ਸਾਡੇ ਕੋਲ ਟਾਈਮ ਨਹੀਂ ਆ, ਸਾਨੂੰ ਲਿਖਣ ਚ ਸੈਕਟਰੀ ਸਾਹਿਬ ਨੇ ਕਿਹਾ ਸਾਨੂੰ ਲਿਖਣ ਚ 3 ਘੰਟੇ ਲੱਗ ਜਾਣੇ ਆ। ਜੇ ਤੁਹਾਡੇ ਕੋਲ ਲਿਖਣਾ ਕੀ ਸੀਗਾ ਉਦੋਂ? ਪਤਾ ਨਹੀਂ, ਇਹ ਦੱਸਿਆ ਹੀ ਨਹੀਂ ਸਾਨੂੰ ਕੁਝ ਵੀ ਉਹਨਾਂ ਨੇ। ਬਸ ਸਾਈਨ ਕਰਾ ਲਏ ਤੁਸੀਂ, ਸਾਈਨ ਕਰਾ ਲਓ, ਬਾਅਦ ਚ ਮੈਂ ਲਿਖ ਲਵਾਂਗਾ।
ਬਸ ਕੁਝ ਤਾਂ ਦੱਸਿਆ ਹੋਊਗਾ ਉਹਨਾਂ ਨੇ ਜਦੋਂ ਤੁਸੀਂ ਸਾਈਨ ਕੀਤੇ ਉਹਦੇ ਤੇ? ਕਹਿੰਦੇ ਸਾਨੂੰ ਐਡਰੈਸ ਵਗੈਰਾ ਭਰਨੇ ਨੂੰ ਕਾਫੀ ਟਾਈਮ ਲੱਗਣਾ, ਜੋ ਉਹਨਾਂ ਦੇ ਜਿਹੜੀਆਂ ਮਤਲਬ ਦਿੱਤੀ ਆ, ਤੇ ਉਹ ਕਹਿੰਦੇ ਉਹਨਾਂ ਨੂੰ ਭਰਨੇ ਨੂੰ ਸਾਨੂੰ ਟਾਈਮ ਲੱਗਣਾ, ਵੀ ਤੁਸੀਂ ਸਾਡੇ ਸਾਈਨ ਕਰੋ ਤੇ ਮੈਨੂੰ ਵੀ ਇੱਕ ਸਾਈਡ ਹੋਣ ਤੋਂ ਫ੍ਰੀ ਕਰੋ, ਤੇ ਤੁਸੀਂ ਵੀ ਜਾ ਕੇ ਫ੍ਰੀ ਜਿੰਨ 3-4 ਘੰਟੇ ਵੇਟ ਕਰ ਲਓ। ਤੇ ਇਹ ਕਹਿ ਕੇ ਤੇ ਸਾਨੂੰ ਉਹਨਾਂ ਨੇ ਸਾਈਨ ਕਰਵਾ ਲਿਆ ਸਾਡੇ ਤੋਂ। ਬਾਈ ਹੁਣੀ ਦੱਸ ਰਹੇ ਸੀ ਗਲੀਆਂ ਨਾਲੀਆਂ ਦਾ ਕਹਿੰਦੇ ਮਤਾ ਪਾਉਣਾ ਸੀਗਾ, ਉਹ ਕਹਿ ਕੇ ਸਾਈਨ ਕਰਵਾਏ ਸੀਗੇ ਕਿ ਜਾਂ? ਗਲੀਆਂ ਨਾਲੀਆਂ ਦੇ ਮਤੇ ਪਾਉਣੇ ਸੀਗੇ, ਤੇ ਸਾਡੇ ਕੋਲ ਤਾਂ ਇਸੇ ਕਰਕੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀਗਾ ਵੀ ਇਹਨਾਂ ਨੇ ਇਹ ਵਿੱਚ ਲਿਖ ਦੇਣਾ, ਇਹ ਮਤਲਬ 10 ਸਾਲ ਦੇ ਦੇਣੀ ਇਹਨਾਂ ਨੇ। ਇਹਦੇ ਬਾਰੇ ਕੋਈ ਜਿੱਦਾਂ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਸੀਗੀ ਸਾਨੂੰ ਕੋਈ ਵੀ ਇਹਦੇ ਬਾਰੇ। ਹਾਂਜੀ, ਉਹਦਾ ਕੋਈ ਤੁਹਾਡੇ ਗੱਲ ਹੈ ਹੀ ਨਹੀਂ ਸੀ ਦਿਮਾਗ 'ਚ ਕਿ ਇਹ ਇਦਾਂ ਵੀ ਕੁਝ ਹੋ ਸਕਦਾ? ਨਹੀਂ ਸਰ ਜੀ, ਕੋਈ ਏਦਾਂ ਦੀ ਕੋਈ ਗੱਲ ਹੈ ਨਹੀਂ ਸੀਗੀ। ਹਾਂਜੀ, ਤਾਂ ਕੋਸ਼ਿਸ਼ ਕਰਦੇ ਹਾਂ ਕਿ ਸਰਪੰਚ ਦੇ ਨਾਲ ਵੀ ਗੱਲਬਾਤ ਕਰਨ ਦੀ, ਕਿਉਂਕਿ ਉਹਨਾਂ ਦਾ ਪੱਖ ਲੈਣਾ ਵੀ ਸਾਡੇ ਲਈ ਬੇहद ਜ਼ਰੂਰੀ ਹੈ ਕਿ ਇਲਜ਼ਾਮ ਉਹਨਾਂ ਦੇ ਵੱਲੋਂ ਲੱਗ ਰਹੇ ਆ। ਇਹ ਪੰਚ ਨੇ ਅਤੇ ਨਾਲ ਲੰਬੜਦਾਰ ਵੀ ਹੈਗੇ ਨੇ, ਤੇ ਫੋਨ ਉਹਨਾਂ ਨੂੰ ਲਾ ਕੇ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ ਦੇ ਵਿੱਚ ਉਹ ਕੀ ਕਹਿੰਦੇ ਨੇ। ਕਿਉਂਕਿ ਅਸੀਂ ਜਦੋਂ ਪਹਿਲਾਂ ਗੱਲ ਕੀਤੀ ਸੀ ਤਾਂ ਉਦੋਂ ਉਹ ਕਹਿੰਦੇ ਸੀ ਕਿ ਅਸੀਂ ਮੈਂ ਇਹ ਸਭ ਕੁਝ ਨਹੀਂ ਆਪਣੇ ਵੱਲੋਂ ਨਹੀਂ ਕੀਤਾ, ਬਲਕਿ ਇਹ ਸਾਰਿਆਂ ਦੀ ਸਹਿਮਤੀ ਦੇ ਨਾਲ ਹੋਇਆ। ਤਾਂ ਜਦੋਂ ਪਹਿਲਾਂ ਬਾਈ ਜੀ ਮੈਂ ਗੱਲ ਕੀਤੀ ਸੀਗੀ, ਉਹ ਕਹਿੰਦੇ ਸੀਗੇ ਕਿ ਮੇਰੇ ਇਕੱਲੇ ਦਾ ਹੱਥ ਨਹੀਂ ਗਾਏ, ਇਹ ਸਾਰਿਆਂ ਦੀ ਸਹਿਮਤੀ ਦੇ ਨਾਲ ਹੋਇਆ। ਨਹੀਂ, ਇਕੱਲੇ ਦਾ ਹੱਥ ਮਤਲਬ ਕਿ ਜਦੋਂ ਬਾਕੀ ਨੂੰ ਪਤਾ ਹੀ ਨਹੀਂ ਜੀ। ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਪਹਿਲੇ ਦਿਨ ਤੋਂ ਸਾਰੀ ਪੰਚਾਇਤ ਜਾਂ ਜਿਹੜੇ ਉਹ ਬੰਦੇ ਜਿਹੜੇ ਕਿ ਜ਼ਮੀਨ ਸਾਰੀ ਪਿੰਡ ਦੀ ਹੋਰ ਜ਼ਮੀਨ ਦੇ ਵੀ ਹਾਲੇ ਤੇ ਲੈਂਦੇ ਆ, ਜੱਟ ਜ਼ਿਮੀਂਦਾਰ, ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹਦੀ ਬੋਲੀ ਹੋਈ ਆ। ਠੀਕ ਹੈ ਜੀ। ਤੇ ਇਹਦਾ ਹੁਣ ਜਦੋਂ ਅਸੀਂ ਚੱਕਣ ਲੱਗੇ ਆ, ਜੋ ਪਤਾ ਕਰਨ ਲੱਗੇ ਆ, ਤੇ ਪਹਿਲਾਂ ਜਵਾਬ ਨਹੀਂ ਸੀ ਮਿਲਦਾ, ਫਿਰ ਮੈਂ ਦਰਖਾਸਤ ਅਸੀਂ ਦਿੱਤੀ ਆਪਣੇ ਤੌਰ ਤੇ। ਇਹਨਾਂ ਨੇ ਵੀ ਆਪਣੇ ਤੌਰ ਤੇ ਜਦੋਂ ਮੈਂ ਪੁੱਛਣ ਲੱਗਾ, ਫਿਰ ਇਹ ਕਹਿੰਦੇ ਇਹ ਚੀਜ਼ ਤਾਂ ਪਹਿਲਾਂ ਹੀ ਗਲਤ ਹੋਈ ਆ। ਇਹ ਸਾਰੀ ਪੰਚਾਇਤ ਮੈਂਬਰਾਂ ਨੇ ਵੀ ਆਲਮੋਸਟ ਤਕਰੀਬਨ ਸਾਰਿਆਂ ਨੇ ਡੀਸੀ ਸਾਹਿਬ ਦੇ ਤੇ ਵੀਡੀਓ ਸਾਹਿਬ ਦੇ ਲਿਖਤੀ ਸ਼ਿਕਾਇਤ ਇਸ ਸਰਪੰਚ ਖਿਲਾਫ ਤੇ ਸੈਕਟਰੀ ਖਿਲਾਫ ਦਿੱਤੀ ਆ ਕਿ ਇਹ ਚੀਜ਼ ਜੋ ਵੀ ਹੋਈ ਆ ਇਹ ਗਲਤ ਤਰੀਕੇ ਨਾਲ ਕੀਤੀ ਆ, ਸਾਡੇ ਕੋਲ ਧੋਖੇ ਨਾਲ ਸਾਈਨ ਕਰਾਏ ਆ, ਤੇ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੇ 2 ਜਾਂ 3 ਦਿਨ ਪਹਿਲਾਂ ਸਾਡੇ ਸ਼ਾਇਦ ਡੀਡੀਪੀਓ ਜਲੰਧਰ ਦੇ ਜਾਂ ਉਸ ਤੋਂ ਉੱਚ ਅਧਿਕਾਰੀ ਵੀ ਆਏ ਸੀ ਮੌਕਾ ਦੇਖਣ, ਤੇ ਨਾਲ ਵੀਡੀਓ ਸਾਹਿਬ ਫਲੋਰ ਦੇ ਰਾਮਪਾਲ ਰਾਣਾ ਜੀ ਵੀ ਸੀ। ਤੇ ਉਹਨਾਂ ਨੇ ਤਾਂ ਸਪਸ਼ਟ ਸ਼ਬਦਾਂ 'ਚ ਕਹਿ ਦਿੱਤਾ ਜਲੰਧਰ ਦੇ ਉੱਚ ਅਧਿਕਾਰੀ ਨੇ, ਤੇ ਇਹ ਚੀਜ਼ ਜੋ ਵੀ ਇਹ ਬੜੀ ਗਲਤ ਤਰੀਕੇ ਨਾਲ ਬਣੀ ਆ। ਜੋ ਕਿ ਮਤਾ ਮੈਂ ਦੇਖਿਆ ਜਾਂ ਪੜ੍ਹਿਆ ਆ, ਉਹਦੇ ਵਿੱਚ ਕੋਈ ਉਸਾਰੀ ਦਾ ਤਾਂ ਮੈਟਰ ਹੀ ਹੈ ਨਹੀਂ ਜੀ। ਠੀਕ ਹੈ ਜੀ। ਇਹ ਸਾਰਾ ਜੋ ਵੀ ਕੰਮ ਇਲੀਗਲ ਤੌਰ ਤੇ ਹੋਇਆ ਆ। ਇਹ ਕੰਮ ਇਹਨਾਂ ਨੇ ਰੋਕਿਆ ਹੋਇਆ ਕਿ ਜਾਂ ਇਹ ਕੋਈ ਰੋਕ ਟੋਕ ਲੱਗੀ ਇਹਦੇ ਉੱਤੇ ਕੋਈ? ਦੇਖੋ ਜੀ, ਇੱਥੇ ਹਾਲੇ ਇਸ ਵੇਲੇ ਆਪਾਂ ਨੂੰ ਕੁਝ ਨਹੀਂ ਦਿਸਦਾ, ਪਰ ਜਦੋਂ ਇੱਕ ਹੋਰ ਲੜਕਾ ਆ ਗਿਆ ਦੇਖੋ ਜੀ, ਤਾਂ ਇਹ ਲੋਕੀ ਜਿਹੜੇ 2-4 ਜਣੇ ਹੁੰਦੇ ਆ ਉਹ ਪਿਛਲੀ ਜਗ੍ਹਾ ਤੇ ਜਾ ਕੇ ਬਹਿ ਜਾਂਦੇ ਆ, ਤੇ ਜਦੋਂ ਕੋਈ ਨਹੀਂ ਹੁੰਦਾ ਤਾਂ ਫਿਰ ਕੋਈ ਨਾ ਕੋਈ ਕੰਮ ਇੱਥੇ ਕਰਦੇ ਆ। ਇਹਦੇ ਲਈ ਸਾਡੇ ਪੰਚ ਸਾਹਿਬਾਨ, ਮੈਨੂੰ ਪਤਾ ਲੱਗਾ ਇਹਨਾਂ ਨੇ ਆਪਣੇ ਐਕਸੀਅਨ ਸਾਹਿਬ ਨੂੰ ਵੀ ਕਿਹਾ ਸੀ ਕਿ ਇਹਦਾ ਜਿਹੜਾ ਬਿਜਲੀ ਦਾ ਕਨੈਕਸ਼ਨ ਆ ਲਗਭਗ 100 ਕਿਲੋਵਾਟ ਦੇ ਨੇੜੇ ਇਹਨਾਂ ਨੇ ਅਪਲਾਈ ਕੀਤਾ ਆ, ਜਿਹਦੀ ਕਿ ਪਰਮਿਸ਼ਨ ਵੀ ਪਟਿਆਲੇ ਤੋਂ ਲੈ ਚੁੱਕੇ ਆ। ਜਦੋਂ ਮੈਂ ਹੁਣੇ ਪਹਿਲਾਂ ਫੋਨ ਲਾਉਣ ਤੋਂ ਪਹਿਲਾਂ ਜਦੋਂ ਆਫ ਦੀ ਰਿਕਾਰਡ ਗੱਲ ਕਰ ਰਿਹਾ ਸੀ ਸਰਪੰਚ ਨਹੀਂ ਉਹਨਾਂ ਦਾ, ਉਹ ਕਹਿੰਦੇ ਕਿ ਪਿੰਡ ਦੇ ਲੋਕਾਂ ਨੂੰ ਇਹਦਾ ਫਾਇਦਾ ਹੋਣਾ। ਇਹ ਤਾਂ ਜਿਹੜੇ ਗੱਲ ਕਰ ਰਹੇ ਤੁਹਾਡੇ ਨਾਲ ਕਹਿੰਦੇ ਐਵੇਂ ਮਾਰੀ ਜਾਂਦੇ, ਇਹਦੇ ਨਾਲ ਲੇਬਰ ਪਿੰਡ ਦੀ ਲੱਗਣੀ ਆ, ਔਰਤਾਂ ਨੂੰ ਫਾਇਦਾ ਹੋਣਾ ਇਹਦੇ 'ਚ। ਤਾਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜੀ ਅੱਜ 1 ਸਾਲ ਤੱਕ ਇਹਨਾਂ ਨੇ ਕੰਸਟਰਕਸ਼ਨ ਕੀਤੀ ਨਾ, ਪਿੰਡ ਦਾ ਇੱਕ ਵੀ ਕੋਈ ਲੇਬਰ ਦਾ ਬੰਦਾ ਇੱਥੇ ਇਹਨਾਂ ਨੇ ਰੱਖਿਆ ਨਹੀਂ ਜੀ, ਚਾਹੇ ਤੁਸੀਂ ਸਾਰੇ ਪਿੰਡ 'ਚ ਪਤਾ ਕਰ ਲਓ। ਤੇ ਦੂਸਰੀ ਗੱਲ ਇਹ ਆ ਕਿ ਜਿਹੜੇ ਇਹ ਮਾਲਕ ਆ ਇਹਨਾਂ ਜੋ ਕੋਈ ਗੱਲਬਾਤ ਆਂਢ ਗੁਆਂਢ ਤਾਂ ਕਰਦਾ ਆ ਕਿ ਇੱਥੇ ਲੇਬਰ ਕਿਹੜੀ ਲੱਗਣੀ ਨਾ, ਉਹ ਇਹ ਕਹਿ ਰਿਹਾ ਕਿ ਜਿਹੜਾ ਇੱਥੇ ਬੰਦੇ ਨੇ ਕੰਮ ਕਰਨਾ ਉਹਦੀ ਕੁਆਲੀਫਿਕੇਸ਼ਨ +2 ਤੋਂ ਉੱਪਰ ਚਾਹੀਦੀ ਸਾਨੂੰ। ਜੇ ਉਹਨੇ +2 ਕੀਤੀ ਹੋਵੇ ਜਾਂ ਹਾਈ ਐਜੂਕੇਟਡ ਬੰਦਾ ਹੈ ਤਾਂ ਉਹਨੂੰ ਅਸੀਂ ਸੋਲਨ ਪਹਿਲਾਂ ਭੇਜਾਂਗੇ, ਜਿੱਥੇ ਕਿ ਇਹਦਾ ਬਕਾਇਦਾ ਕੋਰਸ ਹੁੰਦਾ ਆ। ਉਸ ਤੋਂ ਬਾਅਦ ਇਹ ਆ ਕੇ ਸਾਡੇ ਇੱਥੇ ਨਾਲ ਕੰਮ ਕਰ ਸਕਦਾ। ਪਰ ਤੁਸੀਂ ਇਹ ਦੇਖੋ ਕਿ ਪਿੰਡ ਦੇ ਬੰਦੇ ਕਿੰਨੇ ਕੁ ਹਾਈ ਐਜੂਕੇਟਡ ਲੇਬਰ ਕਲਾਸ ਦਾ ਹੋਊਗਾ ਕਿ ਜਿਹੜਾ ਇੱਥੇ ਆ ਕੇ ਕੰਮ ਕਰੂਗਾ। ਤੇ ਇਹ ਖੁੰਬਾਂ ਦੀ ਖੇਤੀ ਇੱਥੇ ਕਰਨੀ ਇਹਨਾਂ ਨੇ ਕਿ ਜਾਂ ਇੱਥੇ ਸਟੋਰ ਬਣਾਇਆ ਖੁੰਬਾਂ ਦਾ ਪ੍ਰੋਸੈਸਿੰਗ ਪਲਾਂਟ, ਜੀ ਮੀਨਸ ਕਿ ਸਾਰੀ ਖੇਤੀ A to Z, ਤੇ ਖੇਤੀ ਤੋਂ ਲੈ ਕੇ ਮਾਰਕੀਟਿੰਗ ਤੱਕ ਇਹਨਾਂ ਨੇ ਇੱਥੇ ਇਸ ਲੈਵਲ ਤੇ ਕਰਨੀ ਹੈ। ਹਾਲੇ ਆਓ ਮਾੜਾ ਜਿਹਾ ਆਪਾਂ ਝਾਤੀ ਮਾਰ ਲੈਂਦੇ ਉਧਰ ਨੂੰ ਵੀ, ਕਿਉਂਕਿ ਉਹ ਵੀ ਚੀਜ਼ ਦਿਖਾਈਏ ਦਰਸ਼ਕਾਂ ਨੂੰ ਵੀ ਇਹ ਐਡਾ ਵੱਡੇ ਪਲਾਂਟ ਜਿਹੜੇ ਆ, ਇਹ AC ਵਗੈਰਾ ਇਹ ਤਾਂ ਹੁਣੇ ਲੈ ਕੇ ਰੱਖਤੇ ਨਾ। ਇਹ ਤਾਂ ਹਾਲੇ ਇੱਕ ਪਲਾਂਟ ਆ ਜੀ, ਇਸ ਦੇ ਨਾਲ ਆ 4 ਪਲਾਂਟ ਇੱਕ ਹੋਰ ਲੱਗਣੇ ਜਿੱਥੇ ਉਹ ਇੱਥੋਂ ਤੱਕ ਹੋਈ ਆ। ਹਾਂਜੀ, ਇਹਨਾਂ ਦਾ 200 TPA ਤੱਕ ਦਾ ਟਾਰਗੇਟ ਆ, ਲਗਭਗ 200 TPA। ਤੇ ਆਹ ਦੇਖ ਲਓ ਹੱਲੇ ਆ ਬਲੂ ਸਟਾਰ ਦੇ ਇਹਨਾਂ ਦੇ AC ਦੇ ਆਇਆ ਆ, ਤੇ ਤੁਸੀਂ ਬਾਕੀ ਅੰਦਰ ਵੀ ਦੇਖ ਸਕਦੇ ਆ।
ਕਿ ਬਾਈ ਇਹਨਾਂ ਵੱਲੋਂ ਤਾਂ ਮੈਨੂੰ ਲੱਗਦਾ ਕੰਮ ਪੂਰਾ ਜ਼ੋਰਾਂ ਤੇ ਹੀ ਚੱਲ ਰਿਹਾ ਫਿਰ। ਪੂਰਾ ਜ਼ੋਰਾਂ ਤੇ ਜੀ। ਹਾਲੇ ਮੈਨੂੰ ਨਹੀਂ ਸਮਝ ਲੱਗਦੀ ਪ੍ਰਸ਼ਾਸਨ ਕਿਉਂ ਨਹੀਂ ਇਧਰ ਵੱਲ ਤੇ ਧਿਆਨ ਦੇ ਰਿਹਾ, ਇਹਨੂੰ ਕਿਉਂ ਨਹੀਂ ਬੰਦ ਕਰ ਰਿਹਾ, ਕਿਉਂ ਨਹੀਂ ਸਟਾਪ ਕਰ ਤੁਸੀਂ ਤਾਂ ਰਿਹਾ। ਆਪਣੇ ਵੱਲੋਂ ਜਿਵੇਂ ਸਾਰਿਆਂ ਨੂੰ ਹੀ ਸ਼ਿਕਾਇਤ ਕੀਤੀ, ਡੀਸੀ ਤੱਕ ਵੀ ਪਹੁੰਚ ਕੀਤੀ ਜਾਂ ਹੋਰ ਉੱਚ ਅਧਿਕਾਰੀਆਂ ਤੱਕ ਕੀਤੀ, ਤਾਂ ਉਹਨਾਂ ਨੇ ਫਿਰ ਅੱਗੋਂ ਤੁਹਾਨੂੰ ਕੀ ਆਸ਼ਵਾਸਨ ਕੀ ਦਿੱਤਾ? ਵੈਸੇ ਕਾਰਵਾਈ ਸ਼ੁਰੂ ਹੋਈ ਆ, ਕਾਰਵਾਈ ਪੈ ਰਹੀ ਆ। ਕਹਿੰਦੇ ਜੀ ਹੁਣ ਵੀ ਦੱਸ ਰਹੇ ਸੀ ਕਿ ਸ਼ਾਇਦ ਵੀਰਵਾਰ ਨੂੰ ਇਹਨਾਂ ਨੂੰ ਸੱਦਿਆ ਆ, ਰਿਕਾਰਡ ਉਹਨਾਂ ਕੋਲ ਪਹੁੰਚ ਗਿਆ ਆ, ਤੇ ਉਸ ਤੋਂ ਬਾਅਦ ਦੇਖਦੇ ਹੁਣ ਕੀ ਹੋ ਰਹੀ ਆ। ਹਾਂਜੀ, ਪਰ ਸਾਨੂੰ ਡਰ ਇਹ ਆ ਕਿ ਇਹ ਕਿਤੇ ਉੱਪਰਲੇ ਲੈਵਲ ਤੱਕ ਇਹ ਕਿਤੇ ਗੱਲ ਦੱਬ ਨਾ ਹੋ ਜਾਵੇ। ਅੱਛਾ, ਇੱਕ ਗੱਲ ਇਹ ਵੀ ਹੈ ਜੇ ਦੂਜੇ ਪਾਸੋਂ ਦੇਖਿਆ ਜਾਵੇ ਕਿ ਤੁਹਾਡੇ ਪਿੰਡ 'ਚ ਰੁਜ਼ਗਾਰ ਦਾ ਹੀ ਇੱਕ ਸਾਧਨ ਖੁੱਲ ਜਾਣਾ ਆ, ਤੇ ਉਹਦੇ 'ਚ ਕੀ ਪ੍ਰੋਬਲਮ ਕੀ ਹੋ ਸਕਦੀ ਹੈ ਕਿ ਜੇ ਇੱਥੇ ਖੇਤੀ ਕਰਨ ਲਈ ਜੇ ਪਿੰਡ ਦੇ ਲੋਕਾਂ ਨੂੰ ਮੌਕਾ ਮਿਲੇ ਜਾਂ ਉਹਨਾਂ ਦਾ ਰੁਜ਼ਗਾਰ ਨਾ ਬਣੇ, ਤਾਂ ਫਿਰ ਉਹਦੇ 'ਚ ਪਿੰਡ ਵਾਲਿਆਂ ਨੂੰ ਕੀ ਪ੍ਰੋਬਲਮ ਹੈ? ਮੈਨੂੰ ਇਹ ਦੱਸੋ ਜੀ, ਜੇ 2.5 ਏਕੜ 'ਚ ਬੰਦਾ ਮੇਰੇ ਹਿਸਾਬ ਨਾਲ ਉਹ ਆਪ ਰੁਜ਼ਗਾਰ ਕਰ ਸਕਦੇ, ਸਾਰੇ ਆਪਣੇ ਆਪ ਮਾਲਕ ਬਣ ਸਕਦੇ ਕੰਮ ਲਈ। ਇਹ ਨਹੀਂ ਕਿ ਅਸੀਂ ਕਿਸੇ ਦੇ ਥਰੂ ਕਰੀਏ ਜਿਹੜਾ ਕਿ ਅਗਲੇ ਨੇ 30,000 ਰੁਪਏ ਨਾਲ। ਪਹਿਲੀ ਗੱਲ ਤਾਂ ਕੋਈ ਪਿੰਡ ਦਾ ਮਾਲੀਆ ਨਹੀਂ ਵਧਣਾ ਜੀ 1 ਸਾਲ ਦਾ, ਕਿ ਜਿਹੜਾ ਕਿ ਆਲਮੋਸਟ ਹਰੇਕ ਪਿੰਡ ਵਿੱਚ 30 ਤੋਂ 40 ਹਜ਼ਾਰ ਰੁਪਈਆ ਏਕੜ ਦਾ ਆਪਣਾ ਹਾਲਾ ਚੱਲ ਰਿਹਾ, ਠੇਕਾ ਚੱਲ ਰਿਹਾ। ਤੇ ਇੱਥੋਂ ਹੀ ਇਹ ਸਾਬਤ ਹੈ ਕਿ ਇਹ ਬੰਦਿਆਂ ਨੇ ਕਿ ਝੂਠ ਨਾਲ ਜਾਂ ਮਿਲੀ ਭੁਗਤ ਨਾਲ ਇਹਨੂੰ ਆਪਣੇ ਅੰਡਰ ਕੀਤਾ ਆ। ਤੇ ਜਿਹੜੇ ਬੰਦੇ ਨੇ 1 ਸਾਲ ਤੱਕ ਕਿਸੇ ਗਰੀਬ ਨੂੰ ਲੇਬਰ ਦਾ ਕੰਮ ਨਹੀਂ ਇੱਥੇ ਦਿੱਤਾ, ਉਹ ਗਾਹਾਂ ਕੀ ਦੇਊਗੇ ਜੀ? ਇਹ ਤੁਸੀਂ ਆਪ ਜਾਣੀ ਜਾਣੇ। ਅੱਛਾ, ਤੁਹਾਡੇ ਸਰਪੰਚ ਕਹਿੰਦੇ ਵੀ ਇਹ ਤਾਂ ਰੁਜ਼ਗਾਰ ਵਧੂਗਾ ਇਹਦੇ ਨਾਲ, ਤੇ ਰੁਜ਼ਗਾਰ ਵਾਕਈ ਵਧੂ ਲੱਗਦਾ ਤੁਹਾਨੂੰ? ਸਰ ਜੀ ਸਾਲ ਹੋ ਗਿਆ, ਮੰਨ ਲਓ ਕਿ ਸਾਲ ਹੋ ਗਿਆ ਇਸ ਕੰਮ ਚੱਲਦੇ ਨੂੰ। ਜੇ ਰੁਜ਼ਗਾਰ ਵਧਣਾ ਹੁੰਦਾ ਤਾਂ ਸਾਡੇ ਪਿੰਡ ਦੇ ਲੇਬਰ ਨਾ ਲੱਗਦੀ ਇੱਥੇ। ਲੇਬਰ ਨਹੀਂ ਲੱਗੀ? ਨਾ, ਪਤਾ ਨਹੀਂ ਕਿੱਥੋਂ ਲਿਆਉਂਦੇ ਆ, ਕਿਆ ਕਰਦੇ ਆ ਨਾ। ਖੁਦ ਫ੍ਰੀ ਬੈਠੇ ਆ, ਉਹ ਕਹਿ ਰਹੇ ਵੀ ਸਾਨੂੰ ਨਰੇਗਾ ਦੀ ਮਤਲਬ ਕੋਈ ਨਹੀਂ ਮਿਲ ਰਹੀ ਹੈਗੀ, ਤੇ ਇਹ ਤੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਉਹਨਾਂ ਨੂੰ। ਰੁਜ਼ਗਾਰ ਦਾ ਮਤਲਬ ਹੀ ਕੋਈ ਨਹੀਂ, ਫੁੱਲੀ ਆਟੋਮੈਟਿਕ A to Z ਕੰਮ ਤਾਂ ਸਾਰਾ ਮਸ਼ੀਨ ਨੇ ਕਰਨਾ ਜੀ। ਹੁਣ ਇਹਨਾਂ ਨੇ ਚਾਹੁੰਦੇ ਕੀ ਆ ਅਸਲ ਦੇ ਵਿੱਚ ਕਿ ਇਹ ਜ਼ਮੀਨ ਵਾਈ ਪਹਿਲਾਂ ਸੀਗੀ ਜੀ, ਵਾਹੀਯੋਗ ਸੀ। ਇੱਥੇ ਨਹਿਰੀ ਪਾਣੀ ਦਾ ਖਾਲਾ ਇਹਦੇ ਵਿੱਚ ਦੀ ਜਾਂਦਾ ਆ, ਤੁਸੀਂ ਉਹਨੂੰ ਬੰਜਰ ਨਹੀਂ ਕਹਿ ਸਕਦੇ। ਇਹਨਾਂ ਨੇ ਬੰਜਰ ਬਣਾ ਦਿੱਤੀ ਹੈ ਜੀ। ਮਤਲਬ ਕੀ ਹੈ, ਫਗਵਾੜੇ ਦੀ ਇਹਦੇ ਖੇਤੀ ਤਾਂ ਨਹੀਂ ਹੋ ਸਕਦੀ ਕਿਉਂਕਿ ਇਹ ਤਾਂ ਬਹੁਤ ਭਰਤੀ ਵੀ ਪਾਤੀ ਆ। ਉਹ ਮੈਂ ਦੇਖ ਰਿਹਾ ਕਿ ਕੰਕਰ ਰੋਡ ਸਾਰੇ ਫਗਵਾੜੇ ਦਾ ਜੋ ਸੜਕ ਦਾ ਮਲਬਾ ਜੀ, ਉਹ ਸਾਰਾ ਇੱਥੇ ਸਿੱਟਿਆ ਇਹਨਾਂ ਨੇ ਲਿਆ ਕੇ, ਸਾਰਾ ਡੰਪ ਕੀਤਾ ਜੀ। ਤੁਸੀਂ ਦੇਖ ਲਓ ਉਹ ਜਿੰਨੇ ਬਲੋਕ ਪਏ ਸੜਕਾਂ ਦੇ ਪਏ ਆ, ਇਹ ਤਾਂ ਆਪ ਮੁਹਾਰੇ ਬੋਲਦੇ ਆ ਕੋਈ ਇਸ ਚੀਜ਼ ਦਾ ਬੰਜਰ ਬਣਾਤੀ ਹੁਣ ਇਹਨਾਂ ਨੇ। ਹੁਣ ਇੱਥੇ ਅਸੀਂ ਤਾਂ ਇਹ ਕਹਿੰਦੇ ਕਿ ਪਹਿਲਾਂ ਇਹਨਾਂ ਜਿੰਨੇ ਵੀ ਇਨਵੋਲਵ ਆ ਨਾ, ਇਹਨਾਂ ਸਾਰਿਆਂ ਨੂੰ ਜੇਲ੍ਹ 'ਚ ਸਿੱਟਿਆ ਜਾਵੇ। ਹਾਂਜੀ, ਤਾਂ ਇਹ ਦੇਖੋ ਕਿ ਕਿਸਾਨ ਵੱਡੇ ਪੱਧਰ ਦੇ ਉੱਪਰ ਲੜਾਈ ਲੜ ਰਹੇ ਆ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਖੇਤੀ ਨਾ ਚਲੇ ਜਾਵੇ। ਪਰ ਇੱਕ ਵਾਰੀ ਆਓ ਸਾਹਮਣੇ ਵੀ ਦੇਖ ਲਓ ਕਿ 2.5 ਏਕੜ ਤੋਂ ਵੱਧ ਇਹ ਜ਼ਮੀਨ ਆ ਇੱਥੇ, ਜਿਹੜੀ ਇਹਨਾਂ ਦੇ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਸਰਪੰਚ ਨੇ ਧੋਖੇ ਦੇ ਨਾਲ ਘੱਟ ਰੇਟ ਦੇ ਉੱਪਰ 10 ਸਾਲਾਂ ਦੇ ਲਈ ਇਹ ਲੀਜ਼ ਦੇ ਉੱਪਰ ਦੇ ਦਿੱਤੇ, ਤੇ ਨਾਲ ਇਹ ਵੀ ਲਿਖ ਦਿੱਤਾ ਕਿ 10 ਸਾਲਾਂ ਤੋਂ ਵੱਧ ਜੇ ਇਹ ਕੰਪਨੀ ਵਾਲੇ ਚਾਹਣਗੇ ਤਾਂ ਹੋਰ ਉਸ ਠੇਕੇ ਨੂੰ ਵਧਾ ਸਕਦੇ ਨੇ। ਤਾਂ 30-35 ਸਾਲ ਦਾ ਇਹਨਾਂ ਨੂੰ ਖਰਚਾ ਹੈ ਕਿ ਇਥੋਂ ਹੁਣ ਕੰਪਨੀ ਇਹ ਨਹੀਂ ਜਾਣ ਵਾਲੀ। ਹਾਲਾਂਕਿ ਪੰਚਾਇਤੀ ਜ਼ਮੀਨ ਦੇ ਉੱਪਰ ਸਭ ਤੋਂ ਪਹਿਲਾ ਹੱਕ ਪਿੰਡ ਦੇ ਲੋਕਾਂ ਦਾ ਹੁੰਦਾ ਕਿ ਜਿਹਨੂੰ ਲੋੜ ਹੁੰਦੀ ਹੈ ਉਹ ਜ਼ਮੀਨ ਵਾਹ ਸਕਦਾ ਹੁੰਦਾ। ਤਾਂ ਇਹ ਵਾਹੀਯੋਗ ਜਿਹੜੀ ਜ਼ਮੀਨ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗੀ, ਪਰ ਹੁਣ ਇੱਥੇ ਜਿਸ ਤਰੀਕੇ ਦੇ ਨਾਲ ਭਰਤੀ ਪਾ ਦਿੱਤੀ ਗਈ ਹੈ, ਰੋਡ ਪਾ ਦਿੱਤੇ ਗਏ ਨੇ, ਸੜਕ ਦੇ ਕੁਝ ਮਲਬਾ ਜਿਹੜਾ ਇੱਥੇ ਸਿੱਟ ਦਿੱਤਾ ਗਿਆ ਹੈ, ਹੁਣ ਇੱਥੇ ਖੇਤੀ ਕਰਨੀ ਬਹੁਤ ਮੁਸ਼ਕਲ ਹੋ ਜਾਵੇਗੀ। ਪਰ ਦੂਜੇ ਪਾਸੇ ਅਸੀਂ ਸਰਪੰਚ ਨੂੰ ਔਨ ਰਿਕਾਰਡ ਫੋਨ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਨੇ ਫੋਨ ਨਹੀਂ ਚੱਕਿਆ। ਪਰ ਉਸ ਤੋਂ ਪਹਿਲਾਂ ਸਾਡੀ ਗੱਲ ਹੋਈ ਸੀ, ਉਹਨਾਂ ਨੇ ਇਹ ਕਿਹਾ ਕਿ ਮੇਰੇ ਹੱਥ ਵਸ ਨਹੀਂ, ਮੈਂ ਕੁਝ ਨਹੀਂ ਕੀਤਾ। ਤਾਂ ਜਿਹੜੇ ਹੋਰ ਅਧਿਕਾਰੀ ਨੇ ਉਹ ਵਿੱਚ ਇਨਵੋਲਵ ਨੇ, ਉਹਨਾਂ ਨੇ ਹੀ ਆਪਣਾ ਇਹ ਸਭ ਜਿਹੜੀ ਠੇਕੇ ਦੇ ਉੱਪਰ ਜ਼ਮੀਨ ਦਿੱਤੀ ਹੈ। ਤੇ ਮੈਂ ਕੌਣ ਹੁੰਦੀ ਆ ਇਹ ਜ਼ਮੀਨ ਦੇਣ ਵਾਲੀ? ਨਾਲ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਪਿੰਡ ਦੀਆਂ ਔਰਤਾਂ ਨੇ ਜਾਂ ਪਿੰਡ ਦੀ ਜਿਹੜੀ ਲੇਬਰ ਹੈ ਉਸ ਨੂੰ ਇਸ ਪਲਾਂਟ ਲੱਗਣ ਦੇ ਨਾਲ ਵੱਡੇ ਪੱਧਰ ਦੇ ਉੱਪਰ ਫਾਇਦਾ ਹੋਵੇਗਾ। ਪਰ ਪਿੰਡ ਦੇ ਲੋਕ ਇਹ ਕਹਿੰਦੇ ਨੇ ਕਿ ਅਜੇ ਤੱਕ ਤਾਂ ਕੋਈ ਫਾਇਦਾ ਲੇਬਰ ਨੂੰ ਨਹੀਂ ਹੋਇਆ ਅਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਹੋਵੇਗਾ, ਕਿਉਂਕਿ ਮਸ਼ੀਨਾਂ ਜਿਹੜੀਆਂ ਸਾਰੀਆਂ ਨੇ ਇੱਥੇ ਆਟੋਮੈਟਿਕ ਨੇ। ਤਾਂ ਇਸ ਲਈ ਇਸ ਦਾ ਪਿੰਡ ਨੂੰ ਕੋਈ ਫਾਇਦਾ ਨਹੀਂ ਹੈ, ਬਲਕਿ ਨਾਲ ਦੀ ਨਾਲ ਜਿਹੜੀ ਜ਼ਮੀਨ ਹੈ, ਪੰਚਾਇਤੀ ਜ਼ਮੀਨ ਹੈ, ਉਹ ਵੀ ਸਾਡੇ ਹੱਥੋਂ ਖੁੰਝ ਚੁੱਕੀ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਜਲੰਧਰ, ਪਿੰਡ ਵਿਰਕ।